प्यारे विद्यार्थियों, अज आपां करांगे जर्नल एंट्रीज पहलियां तो अगे। पहला आपां दो पहलू विचारे सी, कैपीटल दा ते ड्राइंग्स दा। अज मैं उस तो अगे चलांगा। अज सब तो पहला आपां एंट्री देखांगे परचेज दे नाल संबंधित। परचेज नाल संबंधित असीं किहड़ियां-किहड़ियां एंट्रियां करनियां ने वो मैं तुहानूं समझावांगा। मेरा पहली स्टेटमेंट है परचेज्ड गुड्स फॉर रुपीज़ 5000। 5000 रुपए दियां असीं वस्तुआं खरीदियां। ਜਦੋਂ ਅਸੀਂ 5000 रुपए ਦੀਆਂ ਵਸਤੂਆਂ ਖਰੀਦੀਆਂ ਤਾਂ ਹੁਣ ਤੁਸੀਂ ਧਿਆਨ ਰੱਖਣਾ ਕੀ ਅਕਾਊਂਟ ਵਿੱਚ ਇਨਵੋਲਵ ਹੋ ਗਏ। ਇੱਕ ਹੋ ਗਿਆ ਗੁੱਡਸ, ਇੱਕ ਹੋ ਗਿਆ 5000 रुपए। ਗੁੱਡਸ ਦਾ ਕਿਹੜਾ ਅਕਾਊਂਟ ਆ? ਰੀਅਲ ਅਕਾਊਂਟ, ਕਿਉਂਕਿ ਵਸਤੂਆਂ ਨੇ। ਤੇ ਕੈਸ਼ ਦਾ ਕਿਹੜਾ ਅਕਾਊਂਟ ਆ? ਰੀਅਲ ਅਕਾਊਂਟ। ਦੋ ਖਾਤੇ ਸਾਡੇ ਰੀਅਲ ਅਕਾਊਂਟ ਹੋ ਗਏ। ਰੀਅਲ ਅਕਾਊਂਟ ਦਾ ਰੂਲ ਕੀ ਦੱਸਿਆ ਸੀ ਮੈਂ ਤੁਹਾਨੂੰ? ਡੈਬਿਟ ਬਟ ਕਮਸ ਇਨ, ਕ੍ਰੈਡਿਟ ਬਟ ਗੋਜ਼ ਆਊਟ। ਹੁਣ ਇੱਥੇ ਵਪਾਰ 'ਚ ਆ ਕੀ ਰਿਹਾ? ਗੁੱਡਸ। ਵਪਾਰ 'ਚੋਂ ਜਾ ਕੀ ਰਿਹਾ? ਕੈਸ਼। ਤਾਂ ਸਿੰਪਲ ਐਂਟਰੀ ਕੀ ਬਣਨੀ ਚਾਹੀਦੀ ਸੀ? ਗੁੱਡਸ ਅਕਾਊਂਟ ਡੈਬਿਟ ਟੂ कैश अकाउंट। दोनों पासे असी कितना पा देंगे? 5-5000 रुपया असी दोनों पासे पा देंगे। पर यह एंट्री टेक्निकली ठीक नहीं। मैं तुहानूं दस्सिया सी कि गुड्स की हुंदियां ने। गुड्स की हुंदियां ने? गुड्स तो भाव कोई भी वो चीज़ जिहड़ी असी व्यापार दे विच वेचण लई खरीदते हैं उहनूं असी गुड्स कहने आ। ਤਾਂ ਜਦੋਂ ਵੀ ਗੁੱਡਸ ਖਰੀਦੀਆਂ ਜਾਣਗੀਆਂ ਤਾਂ ਅਸੀਂ ਕੀ ਕਰਨਾ? ਅਸੀਂ ਗੁੱਡਸ ਨੂੰ ਡੈਬਿਟ ਨਹੀਂ ਕਰਨਾ, ਬਲਕਿ ਅਸੀਂ ਡੈਬਿਟ ਕਿਹਨੂੰ ਕਰਨਾ? ਅਸੀਂ ਡੈਬਿਟ ਕਰਨਾ ਹੈ ਪਰਚੇਜ਼ਸ ਨੂੰ। ਤਾਂ ਐਂਟਰੀ ਕੀ ਹੋਣੀ ਚਾਹੀਦੀ ਹੈ ਟੈਕਨੀਕਲੀ ਠੀਕ? ਪਰਚੇਜ਼ਸ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਸੋ ਜਦੋਂ ਵੀ ਗੁੱਡਸ ਖਰੀਦੀਆਂ ਜਾਣਗੀਆਂ ਯਾਦ ਰੱਖਣਾ ਡੈਬਿਟ ਕਰਾਂਗੇ ਹਮੇਸ਼ਾ ਪਰਚੇਜ਼ਸ ਨੂੰ। ਗੁੱਡਸ ਕੀ ਨੇ? ਉਹ ਵਸਤੂਆਂ ਜਿਹੜੀਆਂ ਵੇਚਣ ਲਈ ਖਰੀਦੀਆਂ ਜਾਂਦੀਆਂ ਨੇ। ਤਾਂ ਸਾਡੀ ਐਂਟਰੀ ਬਣ ਗਈ ਪਰਚੇਜ਼ਸ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਇਹਦੀ ਨਰੇਸ਼ਨ ਅਸੀਂ ਕੀ ਲਿਖ ਦਾਂਗੇ? ਮੈਂ ਤੁਹਾਨੂੰ ਦੱਸਿਆ ਹੋਇਆ, ਮੂਹਰੇ ਲਾਉਣਾ ਬੀਇੰਗ, ਬਾਕੀ ਸਟੇਟਮੈਂਟ 'ਚੋਂ ਬਣਾ ਲੈਣਾ ਬੀਇੰਗ ਗੁੱਡਸ ਪਰਚੇਜ਼ਡ। ਨਰੇਸ਼ਨ ਬਣ ਗਈ ਬੀਇੰਗ ਗੁੱਡਸ ਪਰਚੇਜ਼ਡ। ਇਹ ਸਿਚੁਏਸ਼ਨ ਕੀ ਸੀ ਸਾਡੀ? ਇਹ ਸਿਚੁਏਸ਼ਨ ਸੀ ਜਦੋਂ ਅਸੀਂ ਵਸਤੂਆਂ ਨਗਦ ਖਰੀਦੀਆਂ ਨੇ। ਹੁਣ ਇਦੋਂ ਅੱਗੇ ਥੋੜਾ ਜਿਹਾ ਚੱਲਦੇ ਹਾਂ। ਅਗਲੀ ਸਾਡੀ ਸਟੇਟਮੈਂਟ ਬਣਦੀ ਆ ਪਰਚੇਜ਼ਡ ਗੁੱਡਸ ਫਰੋਮ ਮਿਸਟਰ ਰਾਜ ਰੁਪੀਸ, ਫਿਰ ਆਪਾਂ 5000 ਹੀ ਮੰਨ ਲਓ। ਮਿਸਟਰ ਰਾਜ ਤੋਂ 5000 ਰੁਪਏ ਦੀਆਂ ਵਸਤੂਆਂ ਖਰੀਦੀਆਂ ਫਾਰ ਕੈਸ਼। ਮਿਸਟਰ ਰਾਜ ਤੋਂ ਵਸਤੂਆਂ ਖਰੀਦੀਆਂ ਕਿੰਨੇ ਦੀਆਂ? 5000 ਦੀਆਂ। ਕਿਵੇਂ ਖਰੀਦੀਆਂ? ਕੈਸ਼। ਤਾਂ ਹੁਣ ਸਥਿਤੀ ਕੀ ਬਣ ਗਈ? ਆਈਆਂ ਕੀ ਨੇ? ਗੁੱਡਸ। ਗਿਆ ਕੀ ਆ? ਕੈਸ਼। ਕੈਸ਼ ਚਲਾ ਗਿਆ ਸਾਡੇ ਕੋਲੋਂ ਕਿੰਨਾ? 5000। ਆ ਗਈਆਂ 5000 ਦੀਆਂ ਗੁੱਡਸ। ਸਾਨੂੰ ਕੀ ਫਰਕ ਪੈਂਦਾ? ਰਾਜ ਤੋਂ ਖਰੀਦੀਆਂ ਨੇ ਕਿ ਰਮਿੰਦਰ ਤੋਂ ਖਰੀਦੀਆਂ ਨੇ ਕਿ ਸੁਰਿੰਦਰ ਤੋਂ ਖਰੀਦੀਆਂ ਨੇ? ਸਾਡੇ ਖਾਤਿਆਂ 'ਚ ਕੋਈ ਫਰਕ ਨਹੀਂ ਪਿਆ ਕਿ ਰਾਜ ਤੋਂ ਆਈਆਂ ਜਾਂ ਕਿਸੇ ਹੋਰ ਤੋਂ ਆਈਆਂ, ਕਿਉਂਕਿ ਸਾਡਾ ਕੰਮ ਸਿੱਧਾ ਹੋ ਗਿਆ। ਸਾਡੇ ਕੋਲੋਂ ਚੀਜ਼ਾਂ ਆ ਗਈਆਂ, ਕੈਸ਼ ਚਲਾ ਗਿਆ, ਰੀਅਲ ਅਕਾਊਂਟ ਬਣ ਗਿਆ। ਡੈਬਿਟ ਬਟ ਕਮਸ ਇਨ, ਕ੍ਰੈਡਿਟ ਬਟ ਗੋਜ਼ ਆਊਟ। ਤਾਂ ਹੁਣ ਗੁੱਡਸ ਆਈਆਂ ਨੇ, ਯਾਦ ਰੱਖਣਾ ਗੁੱਡਸ ਨੂੰ ਡੈਬਿਟ ਨਹੀਂ ਕਰਨਾ। ਅਸੀਂ ਐਂਟਰੀ ਕੀ ਕਰਾਂਗੇ? ਪਰਚੇਜ਼ਸ ਅਕਾਊਂਟ ਡੈਬਿਟ ਟੂ कैश अकाउंट। परचेजेस अकाउंट डेबिट टू कैश अकाउंट। अमाउंट कितना पा देंगे? अमाउंट उन्ना ही 5-5000 रुपया असी डेबिट क्रेडिट कर देवांगे। हुण नरेशन की बन जू? बीइंग गुड्स परचेज्ड फॉर कैश रुपीज़ 5000। जे रेफरेंस देना नाल नरेशन च दे सकते हो बीइंग गुड्स परचेज्ड फॉर कैश फ्रॉम मिस्टर
राज लिख दोगे, होर विस्तृत वर्णन हो जू, कल नूं पहचानना सौखा रहू। जे चीज़ां 'च कोई नुक्स निकल गया, मोड़नियां सौखियां रहणगियां, याद सौखा रहूगा कि की तो आईयां सी। बट जिथों तक एंट्री का सवाल आ, ਇਹਦੇ ਨਾਲ राज का कोई संबंध नहीं। परचेज्ड गुड्स फ्रॉम मिस्टर राज फॉर ₹5,000 फॉर कैश, साडे कोलों कैश गया तो गुड्स आ गई। हुण अगली सिचुएशन बनाउणा मैं तीजी। हुण तीजी सिचुएशन देखो की बन गई। इन्नी स्टेटमेंट रह गई, कैश मैं नालों लाता। हुण स्टेटमेंट की बन गई, परचेज्ड गुड्स फ्रॉम मिस्टर राज फॉर ₹5,000, 5,000 रुपए दियां मिस्टर राज तो चीज़ां खरीदियां। सानू कुछ नहीं लिखिया कैश खरीदियां ने कि उधार खरीदियां ने। ਇਹਦਾ मतलब ਅਸੀਂ ਮੰਨਣਾ, ਹੁਣ ਇੱਥੇ ਅਜੰਪਸ਼ਨ ਲੈਣੀ ਆ। ਅਸੀਂ ਅਜੰਪਸ਼ਨ ਕੀ ਲੈਣੀ ਆ? ਦੇਖੋ ਜੇ ਕੈਸ਼ ਖਰੀਦੀਆਂ ਹੁੰਦੀਆਂ ਸਪਸ਼ਟ ਤੌਰ ਤੇ ਲਿਖਿਆ ਹੁੰਦਾ, ਜੇ ਕੈਸ਼ ਖਰੀਦੀਆਂ ਹੁੰਦੀਆਂ ਸਾਨੂੰ ਦੱਸਿਆ ਹੁੰਦਾ ਕਿ ਕੈਸ਼ ਖਰੀਦੀਆਂ ਨੇ। ਹੁਣ ਉਹਨੇ ਕੁਝ ਨਹੀਂ ਦੱਸਿਆ, ਤਾਂ ਹੁਣ ਅਸੀਂ ਕੀ ਕਰਾਂਗੇ? ਪਰਚੇਜ਼ਡ ਗੁੱਡਸ ਫਰੋਮ ਮਿਸਟਰ ਰਾਜ ਫਾਰ ₹5,000 ਕੀ ਮੰਨ ਲਿਆ ਸੀ? ਉਧਾਰ ਮੰਨ ਲਿਆ। ਰਾਜ ਤੋਂ ਕਿਵੇਂ ਖਰੀਦੀਆਂ ਨੇ? ਉਧਾਰ ਖਰੀਦੀਆਂ ਨੇ। ਹੁਣ ਕਿਹੜੇ ਕਿਹੜੇ ਅਕਾਊਂਟ ਹੋ ਗਏ ਇਨਵੋਲਵਡ? ਗੁੱਡਸ ਦਾ ਕਿਹੜਾ ਅਕਾਊਂਟ ਆ? ਰੀਅਲ। ਦੂਜਾ ਅਕਾਊਂਟ ਕਿਹੜਾ ਮਿਲ ਗਿਆ? ਰਾਜ ਕਿਹੜਾ ਹੋ ਗਿਆ? ਬੰਦਾ ਗਾ। ਇਹ ਕਿਹੜਾ ਅਕਾਊਂਟ ਹੋ ਗਿਆ? ਪਰਸਨਲ ਹੋ ਗਿਆ। ਹੁਣ ਕੈਸ਼ ਨਹੀਂ ਨਾ ਗਿਆ ਸਾਡੇ ਕੋਲੋਂ, ਹੁਣ ਕੀ ਆ? ਰਾਜ ਪਰਸਨਲ ਹੋ ਗਿਆ। ਰਾਜ ਇੱਥੇ ਫਿਰ ਪਰਸਨਲ ਅਕਾਊਂਟ 'ਚ ਰੂਲ ਕੀ ਸੀ? ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਹੁਣ ਰਾਜ ਇੱਥੇ ਕੀ ਆ? ਰਿਸੀਵਰ ਆ ਕਿ ਗਿਵਰ ਆ? ਗਿਵਰ ਆ। ਰਾਜ ਲੈ ਤਾਂ ਨਹੀਂ ਰਿਹਾ ਸਾਡੇ ਤੋਂ, ਰਾਜ ਸਾਨੂੰ ਵਸਤੂਆਂ ਦੇ ਰਿਹਾ। ਇਹਦਾ ਰਾਜ ਕੀ ਹੋ ਗਿਆ? ਗਿਵਰ। ਵਸਤੂਆਂ ਸਾਡੇ ਕੋਲੇ ਆ ਰਹੀਆਂ ਨੇ, ਜਿਹੜੀ ਚੀਜ਼ ਆਉਂਦੀ ਆ ਰੀਅਲ ਅਕਾਊਂਟ 'ਚ ਉਹਨੂੰ ਡੈਬਿਟ ਕਰਨਾ, ਜਿਹੜਾ ਗਿਵਰ ਹੁੰਦਾ ਉਹਨੂੰ ਕੀ ਕਰਦੇ ਹੁੰਦੇ ਅਸੀਂ? ਕ੍ਰੈਡਿਟ ਕਰਦੇ ਹੁੰਦੇ ਆ। ਤਾਂ ਐਂਟਰੀ ਸਾਡੀ ਕੀ ਬਣ ਗਈ? ਪਰਚੇਜ਼ਸ, ਉਵੇਂ ਹੀ ਪਾਵਾਂਗੇ, ਪਰਚੇਜ਼ਸ ਅਕਾਊਂਟ ਡੈਬਿਟ ਪਾ ਦਾਂਗੇ, ਤੇ ਟੂ ਕੀ ਪਾ ਦਾਂਗੇ ਅਸੀਂ? ਟੂ ਮਿਸਟਰ ਰਾਜ। ਕਿੰਨਾ ਅਮਾਊਂਟ? 5,000 रुपया ਡੈਬਿਟ ਵਾਲੇ ਪਾਸੇ ਪਾ ਦਾਂਗੇ, ਤੇ 5,000 रुपया ਅਸੀਂ ਪਾ ਦਾਂਗੇ ਭਾਈ ਕ੍ਰੈਡਿਟ ਵਾਲੇ ਪਾਸੇ। ਨਰੇਸ਼ਨ ਕੀ ਲਿਖ ਦਾਂਗੇ ਹੁਣ ਥੱਲੇ ਬ੍ਰੈਕਟ 'ਚ? ਉਵੇਂ ਬੀਇੰਗ ਕੀ ਹੋਇਆ? ਗੁੱਡਸ, ਬੀਇੰਗ ਗੁੱਡਸ ਪਰਚੇਜ਼ਡ, ਬੀਇੰਗ ਗੁੱਡਸ ਪਰਚੇਜ਼ਡ ਫਰੋਮ ਕੌਣ? ਰਾਜ ਔਨ ਕ੍ਰੈਡਿਟ। ਰਾਜ ਤੋਂ ਉਧਾਰ ਵਸਤੂਆਂ ਖਰੀਦੀਆਂ, ਤਾਂ ਪਰਚੇਜ਼ਡ ਅਕਾਊਂਟ ਡੈਬਿਟ ਟੂ ਰਾਜ ਅਕਾਊਂਟ। ਰਾਜ ਬਣ ਗਿਆ ਗਿਵਰ, ਗੁੱਡਸ ਸਾਡੇ ਕੋਲੇ ਆ ਗਈਆਂ। ਹੁਣ ਮੈਂ ਇਸ ਤੋਂ ਤੁਹਾਨੂੰ ਅਗਲੀ ਸਿਚੁਏਸ਼ਨ 'ਚ ਲੈ ਕੇ ਜਾਣਾ। ਇਦੋਂ ਅਗਲੀ ਸਿਚੁਏਸ਼ਨ ਕੀ ਆ? ਇੱਥੇ ਤਾਂ ਸਾਨੂੰ ਰਾਜ ਦੱਸਤਾ ਉਹਨਾਂ ਨੇ ਕਿ ਰਾਜ ਤੋਂ ਅਸੀਂ ਖਰੀਦੀਆਂ ਨੇ, ਉਧਾਰ ਖਰੀਦੀਆਂ ਅਸੀਂ ਮੰਨ ਲਿਆ ਕਿਉਂਕਿ ਕਿਤੇ ਵੀ ਕੈਸ਼ ਨਹੀਂ ਸੀ ਲਿਖਿਆ। ਹੁਣ ਅਗਲੀ ਸਿਚੁਏਸ਼ਨ ਮੇਰੇ ਲਈ ਕੀ ਬਣਦੀ ਆ? ਜੇ ਲਿਖਿਆ ਹੋਵੇ ਪਰਚੇਜ਼ਡ ਗੁੱਡਸ ਔਨ ਕ੍ਰੈਡਿਟ ਫਾਰ ਰੁਪੀਜ਼, ਆਪਾਂ ਉਨਾ ਹੀ ਮੰਨ ਲਓ 5,000। ਹੁਣ ਸਾਨੂੰ ਕਹਿਤਾ ਪਰਚੇਜ਼ਡ ਗੁੱਡਸ ਔਨ ਕ੍ਰੈਡਿਟ ਫਾਰ ₹5,000। ਹੁਣ ਤੁਸੀਂ ਸੋਚੋਗੇ ਵੀ ਇਹ 'ਚ ਅਕਾਊਂਟ ਤਾਂ ਇੱਕੋ ਹੀ ਲੱਭ ਰਿਹਾ, ਇੱਕ ਅਕਾਊਂਟ ਹੀ ਮਿਲ ਰਿਹਾ, ਦੂਜਾ ਅਕਾਊਂਟ ਲੱਭ ਹੀ ਨਹੀਂ ਰਿਹਾ। ਪਹਿਲਾ ਅਕਾਊਂਟ ਤਾਂ ਲੱਭ ਗਿਆ ਸਾਨੂੰ, ਗੁੱਡਸ ਪਰਚੇਜ਼ ਕੀਤੀਆਂ। ਗੁੱਡਸ ਕਿਹੜਾ ਅਕਾਊਂਟ ਆ? ਰੀਅਲ ਅਕਾਊਂਟ ਆ। ਠੀਕ ਹੈ ਜੀ, ਗੁੱਡਸ ਸਾਡੇ ਕੋਲ ਆ ਰਹੀਆਂ। ਹੁਣ ਦੂਜਾ ਅਕਾਊਂਟ ਕਿਹੜਾ ਹੈਗਾ? ਨਾਂ ਵੀ ਨਹੀਂ ਦੱਸਿਆ, ਦੁਕਾਨਦਾਰ ਵੀ ਨਹੀਂ ਦੱਸਿਆ, ਇਹ ਵੀ ਨਹੀਂ ਦੱਸਿਆ ਵੀ ਕੈਸ਼ ਨੇ। ਲਿਖ ਕੇ ਦਿੱਤਾ ਕ੍ਰੈਡਿਟ ਨੇ, ਉਧਾਰ ਨੇ। ਤਾਂ ਜਿਹੜਾ ਬੰਦਾ ਸਾਨੂੰ ਉਧਾਰ ਚੀਜ਼ਾਂ ਵੇਚਦਾ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ? ਜਾਂ ਜੀ ਤੋਂ ਅਸੀਂ ਉਧਾਰ ਚੀਜ਼ਾਂ ਖਰੀਦਦੇ ਆ ਉਹਨੂੰ ਅਸੀਂ ਕਹਿੰਦੇ ਹੁੰਦੇ ਆ SUPPLIER, ਸਪਲਾਇਰ। ਉਹਨੂੰ ਕੀ ਕਹਿੰਦੇ ਹੁੰਦੇ ਆ? ਸਪਲਾਇਰ। ਜਾਂ ਤੁਸੀਂ ਉਹਨੂੰ ਕ੍ਰੈਡੀਟਰ ਵੀ ਆਖ ਸਕਦੇ ਹੋ, ਪਰ ਬਿਹਤਰ ਸ਼ਬਦ ਹੈਗਾ ਕਿ ਜਦੋਂ ਸਾਨੂੰ ਕੁਝ ਵੀ ਨਾ ਦੱਸਿਆ ਹੋਵੇ ਕਿ ਕੀ ਤੋਂ ਖਰੀਦੀਆਂ ਨੇ, ਫਿਰ ਅਸੀਂ ਕੀ ਕਹਿਣਾ? ਸਪਲਾਇਰ ਮੰਨ ਲੈਣਾ। ਤੇ ਸਪਲਾਇਰ ਕੌਣ ਹੋਊਗਾ? ਜਾਂ ਬੰਦਾ ਹੋਊਗਾ ਜਾਂ ਫਰਮ ਹੋਊਗੀ। ਦੋਨੇ ਕੀ ਨੇ? ਪਰਸਨਲ ਨੇ। ਹੁਣ ਸਪਲਾਇਰ ਕੀ ਬਣ ਗਿਆ ਇੱਥੇ?
गिवर कि रिसीवर? सप्लायर बन गया गिवर। परसनल अकाउंट का रूल की है? डैबिट का रिसीवर, क्रेडिट का गिवर। तो हुण बड़ा सुखाली जी गल बन गई, गुड्स साडे कोले आ रही ने, गिवर कौन आ? सप्लायर आ। तो साडी एंट्री की बन जू, असी लिखांगे परचेजेस अकाउंट डैबिट टू। हुण क्रेडिट किहनूं करांगे? कोई बंदे का नाम नहीं हैगा साडे कोले, पर वो बंदा कौन आ? सप्लायर हैगा। तो असी कर दांगे टू सप्लायर्स अकाउंट। तो परचेज नूं डैबिट करता, सप्लायर नूं असी करता क्रेडिट। किन्ने नाल करता? जिन्ना अमाउंट सी साडा 5,000 रुपये नाल असी एक नूं डैबिट करता, दूजे नूं असी क्रेडिट करता। ते थल्ले नरेशन, नरेशन की हुंदी है? याद रखना, भुल ना जाओ। नरेशन इज द ब्रीफ समरी ऑफ द ट्रांजैक्शन। ट्रांजैक्शन की ब्रीफ समरी हुंदी आ, जिहड़ी सानू ये दसदी आ कि ये एंट्री असी क्यों कीती है। तो हुण इत्थे एंट्री की करांगे? परचेज्ड गुड्स ऑन क्रेडिट फॉर ₹5,000। नरेशन की बन गई? बीइंग गुड्स परचेज्ड ऑन क्रेडिट। सिंपल जी बन गई, बीइंग गुड्स परचेज्ड ऑन क्रेडिट। ये 4 तरह दीयां सिचुएशनस जिहड़ियां ने पैदा ਹੁੰਦੀਆਂ ਨੇ ਜਦੋਂ ਅਸੀਂ ਵਸਤੂਆਂ ਦੀ ਖਰੀਦ ਕਰਦੇ ਹਾਂ। ਵਸਤੂਆਂ ਕੀ ਹੁੰਦੀਆਂ ਨੇ? ਉਹ ਚੀਜ਼ ਜਿਹਦੇ ਵਿੱਚ ਵਪਾਰ ਕੀਤਾ ਜਾਂਦਾ, ਜਿਹੜੀ ਚੀਜ਼ ਦਾ ਬਿਜ਼ਨਸ ਕੀਤਾ ਜਾਂਦਾ। ਜੇ ਫਰਨੀਚਰ ਦਾ ਬਿਜ਼ਨਸ ਆ, ਫਰਨੀਚਰ ਗੁੱਡਸ ਬਣ ਗਿਆ। ਜੇ ਕੱਪੜੇ ਦਾ ਬਿਜ਼ਨਸ ਆ, ਕੱਪੜਾ ਗੁੱਡਸ ਬਣ ਗਿਆ। ਜੇ ਕਿਤਾਬਾਂ ਦਾ ਬਿਜ਼ਨਸ ਆ, ਕਿਤਾਬਾਂ ਗੁੱਡਸ ਬਣ ਗਈਆਂ। ਸਪੋਜ਼ ਮੈਂ ਹੁਣ ਇਸ ਤੋਂ ਅੱਗੇ ਤੁਹਾਨੂੰ ਥੋੜੀ ਜਿਹੀ ਹੋਰ ਗੱਲ ਸਮਝਾਉਣਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਕਲੈਰਿਟੀ ਹੋ ਜੇ, ਚਾਨਣਾ ਹੋ ਜੇ ਕਿ ਕੀ ਹੈ। ਇਹਦੀਆਂ ਐਂਟਰੀਆਂ ਹੁਣ ਆਪਾਂ ਹੋਰ ਥੋੜ੍ਹੀਆਂ ਟੇਢੇ ਤਰੀਕੇ ਨਾਲ ਕਰਾਂਗੇ। ਇਹੀ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ। ਅੱਗੇ ਕਿਵੇਂ ਲੈ ਕੇ ਜਾਵਾਂਗੇ? ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਮਿਸਟਰ ਰਾਮ ਲਾਲ ਇੱਕ ਬਿਜ਼ਨਸਮੈਨ ਆ। ਰਾਮ ਲਾਲ ਇੱਕ ਬਿਜ਼ਨਸਮੈਨ ਆ, ਜਿਸ ਦਾ ਬਿਜ਼ਨਸ ਕਾਹਦਾ ਹੈਗਾ? ਰਾਮ ਲਾਲ ਦਾ ਬਿਜ਼ਨਸ ਹੈਗਾ ਫਰਨੀਚਰ ਦਾ। ਫਰਨੀਚਰ ਦਾ ਸ਼ੋਰੂਮ ਆ, ਫਰਨੀਚਰ ਉਹ ਖਰੀਦਦਾ ਵੇਚਦਾ, ਫਰਨੀਚਰ 'ਚੋਂ ਡੀਲ ਕਰਦਾ। ਤੇ ਸਾਨੂੰ ਸਟੇਟਮੈਂਟ ਆ ਗਈ ਫਰਨੀਚਰ ਫਾਰ ₹10,000 परचेस्ड। 10,000 रुपये का फर्नीचर खरीदिया। 10,000 रुपये का फर्नीचर खरीदिया। हुण तुसीं देखो, सोचोगे 2 अकाउंट ने बेसिकली दा इन्वॉल्वड। एक फर्नीचर, दूजा की है कैश। फर्नीचर भी किहड़ा अकाउंट आ? रियल। ते कैश भी किहड़ा अकाउंट आ? रियल। रूल की है? डेबिट बट कम्स इन, क्रेडिट बट गोज आउट। आया की है? फर्नीचर। गया की है? कैश। एंट्री की होगी ਜਾਂ ਹੋਣੀ ਚਾਹੀਦੀ ਸੀ ਤੁਹਾਡੇ ਮੁਤਾਬਕ? ਫਰਨੀਚਰ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਪਰ ਆਪਾਂ ਇਹ ਨਹੀਂ ਕਰਨੀ। ਕਿਉਂ? ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਰਾਮ ਲਾਲ ਦਾ ਬਿਜ਼ਨਸ ਆ ਫਰਨੀਚਰ ਦਾ। ਤਾਂ ਜਿਹੜੀ ਵੀ ਚੀਜ਼ ਦਾ ਤੁਹਾਡਾ ਬਿਜ਼ਨਸ ਆ, ਅਗਰ ਉਹ ਚੀਜ਼ ਖਰੀਦੀ ਜਾਂਦੀ ਆ ਤਾਂ ਉੱਥੇ ਫਰਨੀਚਰ ਨਹੀਂ ਰਹੂਗਾ। ਫਰਨੀਚਰ ਕੀ ਬਣ ਜਾਊਗਾ? ਗੁੱਡਸ ਬਣ ਜਾਊਗਾ। ਉੱਥੇ ਫਰਨੀਚਰ ਕੀ ਬਣ ਜੂ? ਗੁੱਡਸ ਬਣ ਜਾਊਗਾ। ਤਾਂ ਇਹਦੀ ਐਂਟਰੀ ਕੀ ਹੋਣੀ ਚਾਹੀਦੀ ਆ? ਟੈਕਨੀਕਲੀ ਜਿਹੜੀ ਇਹਦੀ ਕਰੈਕਟ ਐਂਟਰੀ ਹੋਣੀ ਚਾਹੀਦੀ ਆ ਉਹ ਕੀ ਹੋਏਗੀ? ਅਸੀਂ ਐਂਟਰੀ ਕਰਾਂਗੇ ਜਿਹੜੀ ਬਿਲਕੁਲ ਠੀਕ ਐਂਟਰੀ ਮੰਨੀ ਜਾਏਗੀ, ਪਰਚੇਜ਼ਸ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਕਿੰਨਾ ਅਮਾਊਂਟ ਪਾ ਦਾਂਗੇ? ਅਮਾਊਂਟ ਅਸੀਂ ਪਾ ਦਾਂਗੇ 10,000 रुपए। सो याद रखना, जदों वो चीज़ खरीदी जाती आ जिस दा वपार किया जाता तो वो गुड्स होंदियां ने। उहदी एंट्री हमेशा परचेज अकाउंट होएगी। टू कैश साडे कोलों चला गया। नरेशन लिख देंगे बीइंग फर्नीचर परचेज्ड फॉर द परपज़ ऑफ बिजनेस। नाल पाउणा होवे पा दो, नहीं पाउणा ना पाओ। ਹੁਣ ਇਸੇ ਤਰ੍ਹਾਂ ਜੇ ਬੁੱਕਸ ਦਾ ਬਿਜ਼ਨਸ ਆ, ਬੁੱਕਸ ਖਰੀਦੀਆਂ ਹੋਣ ਤਾਂ ਵੀ ਪਰਚੇਜ਼ਸ ਟੂ ਕੈਸ਼। ਜੇ ਸਾਡਾ ਕੋਈ ਮਸ਼ੀਨਰੀ ਦਾ ਬਿਜ਼ਨਸ ਆ,
ਮਸ਼ੀਨਰੀ ਖਰੀਦੀ ਹੋਵੇ ਪਰਚੇਜ਼ਸ ਟੂ ਕੈਸ਼। ਜੇ ਸਾਡਾ ਚੀਨੀ ਦਾਲ ਖੰਡ ਦਾ ਬਿਜ਼ਨਸ ਹੈਗਾ ਤਾਂ ਵੀ ਪਰਚੇਜ਼ਸ ਟੂ ਕੈਸ਼। ਸੋ ਮਹੱਤਵਪੂਰਨ ਯਾਦ ਰੱਖਣ ਵਾਲੀ ਗੱਲ ਕਿਹੜੀ ਆ ਕਿ ਜਦੋਂ ਵੀ ਕੋਈ ਉਹ ਚੀਜ਼ ਖਰੀਦੀ ਜਾਊਗੀ ਜਿਸ ਦਾ ਬਿਜ਼ਨਸ ਕੀਤਾ ਜਾਂਦਾ ਤਾਂ ਅਸੀਂ ਐਂਟਰੀ ਹਮੇਸ਼ਾ ਹੀ ਕਰਾਂਗੇ ਪਰਚੇਜ਼ਸ ਅਕਾਊਂਟ ਡੈਬਿਟ ਟੂ ਕੈਸ਼ ਜੇ ਕੈਸ਼ ਖਰੀਦੀਆਂ ਨੇ, ਪਰਚੇਜ਼ਸ ਅਕਾਊਂਟ ਡੈਬਿਟ ਟੂ ਸਪਲਾਇਰ ਅਕਾਊਂਟ ਜੇ ਉਧਾਰ ਖਰੀਦੀਆਂ ਨੇ ਤਾਂ ਜਿਹੜਾ ਕ੍ਰੈਡੀਟਰ ਹੈਗਾ ਸਪਲਾਇਰ ਹੈਗਾ ਉਹਨੂੰ ਕ੍ਰੈਡਿਟ ਕਰ ਦੇਵਾਂਗੇ। ਦਿਸ ਇਜ਼ ਅਬਾਊਟ ਦਾ ਪਰਚੇਜ਼ ਆਫ ਗੁੱਡਸ। ਹੁਣ ਮੈਂ ਅੱਗੇ ਪਰਚੇਜ਼ ਨਾਲ ਹੀ ਸੰਬੰਧਿਤ ਅਗਲਾ ਐਸਪੈਕਟ ਤੁਹਾਨੂੰ ਡਿਸਕਸ ਕਰਦਾ। ਅਗਲਾ ਐਸਪੈਕਟ ਕੀ ਹੈ ਮੇਰੇ ਕੋਲੇ, ਹੁਣ ਤੱਕ ਆਪਾਂ ਖਰੀਦੀਆਂ ਨੇ ਗੁੱਡਸ। ਹੁਣ ਜੇ ਮੇਰੇ ਕੋਲੇ ਹੋਵੇ ਸਿੰਪਲ ਐਂਟਰੀ ਐਸਟ ਖਰੀਦਣ ਦੀ, ਕੋਈ ਵੀ ਐਸਟ ਖਰੀਦੀ ਆ ਤੁਸੀਂ ਸੰਪਤੀ, ਐਸਟ ਕਿਹੜੀ ਆ ਜਿਹਦਾ ਬਿਜ਼ਨਸ ਨਹੀਂ ਕਰ ਰਹੇ, ਹਾਲਾਂਕਿ ਜਿਹੜੀ ਚੀਜ਼ ਦਾ ਬਿਜ਼ਨਸ ਕਰ ਰਹੇ ਉਹ ਵੀ ਐਸਟ ਆ, ਉਹ ਕਰੰਟ ਐਸਟ ਆ। ਹੀਅਰ ਆਈ ਐਮ ਟਾਕਿੰਗ ਆਫ ਫਿਕਸਡ ਐਸਟ। ਜਿਹੜੀ ਚੀਜ਼ ਦਾ ਤੁਸੀਂ ਵਪਾਰ ਕਰਦੇ ਹੋ ਉਹ ਚੀਜ਼ਾਂ ਤੁਹਾਡਾ ਸਟਾਕ ਹੈਗਾ, ਉਹ ਸਟਾਕ ਕਰੰਟ ਐਸਟ ਬਣ ਜਾਂਦਾ, ਉੱਥੇ ਪਰਚੇਜ਼ ਹੋਣਗੀਆਂ। ਹੁਣ ਮੈਂ ਗੱਲ ਕਰ ਰਿਹਾ ਐਸਟਸ ਫਿਕਸਡ ਐਸਟ ਦੀ। ਸਪੋਜ਼ ਤੁਹਾਡਾ ਕੱਪੜੇ ਦਾ ਬਿਜ਼ਨਸ ਹੈਗਾ, ਤੁਸੀਂ ਫਰਨੀਚਰ ਖਰੀਦਦੇ ਹੋ, ਸਟੇਟਮੈਂਟ ਸਾਨੂੰ ਆਉਂਦੀ ਆ ਫਰਨੀਚਰ ਫਾਰ रुपीज 10,000 परचेज्ड। 10,000 रुपए का फर्नीचर खरीदिया। एंट्री मेरे हिसाब से तुहानूं हुण क्लीयर होनी चाहिए है की चीज़ां आईयां। एक आ गया फर्नीचर, एक हो गया कैश। फर्नीचर किहड़ा अकाउंट आ, इत्थे रीयल अकाउंट आ। कैश भी किहड़ा अकाउंट आ, रीयल अकाउंट आ। बिजनेस आया की आ फर्नीचर, गया की आ कैश, क्योंकि फर्नीचर का बिजनेस है नहीं। एसेट आई आ, रीयल अकाउंट आ, डेबिट बट कम्स इन, क्रेडिट बट गोज आउट। तो एंट्री बड़ी सिंपल होगी। एंट्री असी की कर देंगे फर्नीचर अकाउंट डेबिट टू कैश अकाउंट। कितना 10,000 रुपये इत्थे पा देंगे, 10,000 रुपये से इत्थे पा देंगे। फर्नीचर अकाउंट डेबिट टू कैश। नरेशन होगी बीइंग फर्नीचर परचेज्ड, कैश खरीद लिया। हुण जे यही फर्नीचर कैश की बजाय साडे कोले आ जाए फर्नीचर परचेज्ड फॉर रुपीज 10,000 फ्रॉम मिस्टर अनिल। मिस्टर अनिल तो खरीदे, हुण उधार हो गया, सानू किते नहीं लिखा भी कैश खरीदे। उन्हें कहा अनिल तो फर्नीचर खरीदिया, तो की मनांगे ये उधार खरीदिया। फिर असी एंट्री जिथे हुण अनिल किहड़ा अकाउंट आ, परसनल अकाउंट। अनिल की हो गया गिवर, आया की आ फर्नीचर। परसनल अकाउंट च गिवर नूं क्रेडिट किया जाता, तो जिहड़ी एसेट आउंदी आ रीयल च डेबिट बट कम्स इन डेबिट किया जाता। असी एंट्री कर देंगे फर्नीचर अकाउंट डेबिट, उवें रह जूगी। टू हुण क्योंकि उधार आया कौन हो गया, टू अनिल अकाउंट। नरेशन आजू बीइंग फर्नीचर परचेज्ड फ्रॉम अनिल ऑन क्रेडिट, कि क्रेडिट के उत्ते असीं अनिल तो फर्नीचर खरीदिया। इदां ही जे इहदे नाल हुण पा दे सपोज फर्नीचर परचेज फॉर रुपीज 10,000 फ्रॉम मिस्टर अनिल फॉर कैश, कि मिस्टर अनिल तो कैश फर्नीचर खरीदिया। हुण अनिल की कोई रेलीवेंस नहीं रह जाती, जितों मर्जी खरीदिया होवे। साडी गल की होगी, सिंपली उही गल बन गई पुरानी पहले वाली, कि साडे कोल फर्नीचर आया कैश गया, असी अनिल तो खरीदिया, राम तो खरीदिया, रहीम तो खरीदिया, सानू कोई फर्क नहीं पैंदा। तो असी एंट्री की करांगे फर्नीचर अकाउंट डेबिट टू कैश अकाउंट। मुड़ के उही एंट्री करांगे फर्नीचर साडे कोले आ गया, कैश साडे कोलों चला गया। ये भी बड़ी सिंपल एंट्री बन गई। नरेशन फिर उही बन जू बीइंग फर्नीचर परचेज्ड फॉर कैश। हुण इसे तरह ही ये तो फर्नीचर की एंट्री सी। कोई भी होर एसेट आ जाती है, कोई भी होर एसेट आउंदी है खरीदी तुसी। सपोज तुसी खरीदो लैंड एंड बिल्डिंग, एंट्री होवे परचेज्ड लैंड एंड बिल्डिंग फॉर रुपीज 10,000। 10,000 रुपये की लैंड एंड बिल्डिंग खरीदी। दो अकाउंट इनवॉल्व हो गए, किहड़े-किहड़े हो गए, एक लैंड एंड बिल्डिंग, एक कैश। दोने रियल अकाउंट ने। साडे कोले आई की है लैंड, गया की है कैश। एंट्री की होगी लैंड एंड बिल्डिंग अकाउंट डेबिट टू कैश अकाउंट।
ਨਰੇਸ਼ਨ ਕੀ ਲਿਖ ਦਾਂਗੇ, ਬੀਇੰਗ ਲੈਂਡ ਐਂਡ ਬਿਲਡਿੰਗ ਪਰਚੇਜ਼ਡ। ਜੇ ਮਸ਼ੀਨਰੀ ਖਰੀਦੀ ਹੋਵੇ ਕੈਸ਼, ਹੁਣ ਮਸ਼ੀਨਰੀ ਆ ਗਈ ਕੈਸ਼ ਗਿਆ, ਮਸ਼ੀਨਰੀ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ, ਸਾਡੀ ਮਸ਼ੀਨਰੀ ਵੀ ਐਸਟ ਬਣ ਗਈ, ਬੀਇੰਗ ਮਸ਼ੀਨਰੀ ਪਰਚੇਜ਼ਡ ਫਾਰ ਕੈਸ਼। ਜੇ ਹੋਵੇ ਮੋਟਰ ਕਾਰ ਖਰੀਦੀ, ਉਧਾਰ ਖਰੀਦੀ ਕੀ ਤੋਂ, ਮਾਰੂਤੀ ਉਦਯੋਗ ਤੋਂ। ਹੁਣ ਕੀ ਹੈ, ਪਰਚੇਜ਼ਡ ਮੋਟਰ ਕਾਰ ਔਨ ਕ੍ਰੈਡਿਟ ਫਰੋਮ ਮਾਰੂਤੀ ਉਦਯੋਗ। ਦੋ ਅਕਾਊਂਟ ਇਨਵੋਲਵ ਹੋ ਗਏ, ਇੱਕ ਤਾਂ ਤੁਹਾਡੇ ਕੋਲੇ ਮੋਟਰ ਕਾਰ ਆ ਗਈ, ਕੈਸ਼ ਤਾਂ ਗਿਆ ਨਹੀਂ, ਗਿਵਰ ਕੌਣ ਬਣ ਗਿਆ, ਮਾਰੂਤੀ ਉਦਯੋਗ। ਇਹਦਾ ਮਤਲਬ ਮਾਰੂਤੀ ਉਦਯੋਗ ਪਰਸਨਲ ਅਕਾਊਂਟ ਆ, ਕ੍ਰੈਡਿਟ ਦਾ ਗਿਵਰ, ਤੇ ਆਇਆ ਕੀ ਆ, ਕਾਰ, ਉਹਨੂੰ ਡੈਬਿਟ ਕਰਤਾ। ਮੋਟਰ ਕਾਰ ਅਕਾਊਂਟ ਡੈਬਿਟ ਟੂ ਮਾਰੂਤੀ ਉਦਯੋਗ ਅਕਾਊਂਟ। ਨਰੇਸ਼ਨ ਕੀ ਲਿਖ ਦੋਗੇ, ਬੀਇੰਗ ਮੋਟਰ ਕਾਰ ਪਰਚੇਜ਼ਡ ਫਰੋਮ ਮਾਰੂਤੀ ਉਦਯੋਗ ਔਨ ਕ੍ਰੈਡਿਟ। ਅੱਗੇ ਆ ਜੇ, ਤੁਸੀਂ 10 ਕੰਪਿਊਟਰ ਖਰੀਦੇ ਕੈਸ਼, ਕੰਪਿਊਟਰ ਕੀ ਹੈ, ਰੀਅਲ ਅਕਾਊਂਟ ਆ, ਕੈਸ਼ ਤੁਹਾਡੇ ਕੋਲੋਂ ਜਾ ਰਿਹਾ, ਤਾਂ ਬੜੀ ਸਿੰਪਲ ਐਂਟਰੀ ਬਣ ਗਈ, ਦੋਨੇ ਰੀਅਲ ਨੇ। ਕੰਪਿਊਟਰਸ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ, ਬੀਇੰਗ ਕੰਪਿਊਟਰਸ ਪਰਚੇਜ਼ਡ ਫਾਰ ਕੈਸ਼। ਜੇ ਤੁਹਾਨੂੰ ਇਹ ਲਿਖਿਆ ਹੋਵੇ ਕਿ 5 ਪ੍ਰਿੰਟਰ ਖਰੀਦੇ ਸਪਲਾਇਰ ਤੋਂ ਔਨ ਕ੍ਰੈਡਿਟ, ਸਪਲਾਇਰ ਨਾ ਵੀ ਲਿਖਿਆ ਹੋਵੇ, 5 ਕੰਪਿਊਟਰ ਔਨ ਕ੍ਰੈਡਿਟ ਖਰੀਦੇ ਜਾਂ 5 ਪ੍ਰਿੰਟਰ ਔਨ ਕ੍ਰੈਡਿਟ ਖਰੀਦੇ, ਤਾਂ ਐਂਟਰੀ ਬਣ ਜੂ ਪ੍ਰਿੰਟਰ ਆ ਗਏ। ਹੁਣ ਇਹ ਨਹੀਂ ਪਤਾ ਵੀ ਕਿਤੋਂ ਖਰੀਦੇ ਨੇ, ਮੈਂ ਦੱਸਿਆ ਸੀ ਤੁਹਾਨੂੰ ਪਹਿਲਾਂ, ਜਦੋਂ ਸਾਨੂੰ ਦੱਸਿਆ ਨਾ ਹੋਵੇ ਕਿਤੋਂ ਖਰੀਦੇ ਨੇ, ਉਹ ਕੌਣ ਹੁੰਦਾ, ਸਪਲਾਇਰ ਹੁੰਦਾ। ਤਾਂ ਅਸੀਂ ਐਂਟਰੀ ਕਰ ਦਾਂਗੇ ਪ੍ਰਿੰਟਰਸ ਅਕਾਊਂਟ ਡੈਬਿਟ ਟੂ ਸਪਲਾਇਰ ਅਕਾਊਂਟ, ਬੀਇੰਗ ਪ੍ਰਿੰਟਰਸ ਪਰਚੇਜ਼ਡ ਫਰੋਮ ਸਪਲਾਇਰ ਔਨ ਕ੍ਰੈਡਿਟ। ਜੇ ਆ ਜੇ ਆਫਿਸ ਫਰਨੀਚਰ ਪਰਚੇਜ਼ਡ ਫਾਰ ਕੈਸ਼, ਐਂਟਰੀ ਹੋ ਜੂ ਆਫਿਸ ਫਰਨੀਚਰ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਆਫਿਸ ਫਰਨੀਚਰ ਆ ਗਿਆ, ਕੈਸ਼ ਸਾਡੇ ਕੋਲੋਂ ਚਲਾ ਗਿਆ, ਬੀਇੰਗ ਆਫਿਸ ਫਰਨੀਚਰ ਪਰਚੇਜ਼ਡ ਫਾਰ ਕੈਸ਼। ਸੋ ਪਰਚੇਜ਼ ਨਾਲ ਸੰਬੰਧਿਤ ਇਹ ਐਂਟਰੀਜ਼ ਨੇ, ਗੁੱਡਸ ਦੀ ਪਰਚੇਜ਼ ਨਾਲ ਹੋ ਸਕਦੀਆਂ ਨੇ ਜਾਂ ਐਸੈਟ ਦੀ ਪਰਚੇਜ਼ ਨਾਲ ਹੋ ਸਕਦੀਆਂ ਨੇ। ਤੁਸੀਂ ਆਇਡੈਂਟੀਫਾਈ ਕੀ ਕਰਨਾ, ਜਦੋਂ ਗੁੱਡਸ ਦੀ ਪਰਚੇਜ਼ ਆ ਉਦੋਂ ਅਸੀਂ ਪਰਚੇਜ਼ ਅਕਾਊਂਟ ਨੂੰ ਡੈਬਿਟ ਕਰਨਾ, ਜਦੋਂ ਐਸੈਟਸ ਦੀ ਪਰਚੇਜ਼ ਆ ਤਾਂ ਜਿਹੜੇ ਵੀ ਐਸੈਟ ਦੀ ਪਰਚੇਜ਼ ਹੈਗੀ ਆ ਉਸ ਐਸੈਟ ਨੂੰ ਡੈਬਿਟ ਕੀਤਾ ਜਾਵੇਗਾ, ਉਸ ਐਸੈਟ ਦਾ ਹੀ ਅਕਾਊਂਟ ਖੋਲ੍ਹਿਆ ਜਾਵੇਗਾ। ਤੇ ਦੂਜੇ ਪਾਸੇ ਜੇ ਨਗਦ ਦਾ ਕੈਸ਼ ਕ੍ਰੈਡਿਟ ਹੋ ਜਾਊਗਾ, ਜੇ ਉਧਾਰ ਹੈਗੀ ਆ ਤਾਂ ਕ੍ਰੈਡਿਟ ਅਸੀਂ ਸਪਲਾਇਰ ਨੂੰ ਕਰ ਦਾਂਗੇ, ਜਾਂ ਜੇ ਬੰਦੇ ਦਾ ਨਾਮ ਦੱਸਿਆ ਹੋਇਆ ਉਸ ਬੰਦੇ ਨੂੰ ਕ੍ਰੈਡਿਟ ਕਰ ਦੇਵਾਂਗੇ। ਨਰੇਸ਼ਨ ਬਰੀਫ 'ਚ ਲਿਖਣੀ ਆ, ਤੇ ਜਦੋਂ ਤੁਸੀਂ ਇਹ ਲਿਖਣੀਆਂ ਨੇ ਐਂਟਰੀ ਦੀ ਪ੍ਰੈਕਟਿਸ ਕਰਨੀ ਆ। ਜਰਨਲ ਦੇ ਜਿਹੜੇ ਮੈਂ ਤੁਹਾਨੂੰ ਕਾਲਮ ਸਮਝਾਏ ਸੀ ਉਸੇ ਤਰ੍ਹਾਂ ਤੁਸੀਂ ਕਾਲਮ ਬਣਾਉਣੇ ਨੇ। ਪਰਚੇਜ਼ ਨਾਲ ਸੰਬੰਧਿਤ ਜਿਹੜੀ ਵੀ ਕਿਤਾਬ ਤੁਹਾਡੇ ਅਧਿਆਪਕ ਸਾਹਿਬਾਨ ਨੇ ਤੁਹਾਨੂੰ ਰეკਮੈਂਡ ਕੀਤੀ ਆ, ਉਸ ਕਿਤਾਬ ਦੇ ਵਿੱਚੋਂ ਪਰਚੇਜ਼ ਨਾਲ ਸੰਬੰਧਿਤ ਐਂਟਰੀਜ਼ ਤੁਸੀਂ ਦੇਖੋ। ਔਰ ਅਗਲੇ ਲੈਕਚਰ ਦੇ ਵਿੱਚ ਮੈਂ ਸੇਲ, ਪਰਚੇਜ਼ ਰਿਟਰਨ ਤੇ ਸੇਲ ਰਿਟਰਨ ਨਾਲ ਸੰਬੰਧਿਤ ਐਂਟਰੀਆਂ ਤੁਹਾਨੂੰ ਡਿਸਕਸ ਕਰਾਂਗਾ। ਤਦ ਤੱਕ ਲਈ ਇਹਨੂੰ ਪੜ੍ਹੋ, ਸਮਝੋ, ਮਿਹਨਤ ਕਰਦੇ ਰਹੋ। ਤੇ ਹਾਂ, ਸਾਡਾ ਚੈਨਲ ਸਿਰਜਣਾ ਟੀਵੀ ਸਬਸਕ੍ਰਾਈਬ ਕਰਨਾ ਨਾ ਭੁੱਲੋ, ਨੋਟੀਫਿਕੇਸ਼ਨ ਬਟਨ ਜ਼ਰੂਰ ਦਬਾਓ ਤਾਂ ਜੋ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਸੀਂ ਉਸ ਨੂੰ ਦੇਖ ਸਕੋ। ਇਸ ਤੋਂ ਇਲਾਵਾ ਅਕਾਊਂਟਿੰਗ ਦੇ ਨਾਲ ਨਾਲ ਤਾਂ ਵੀਡੀਓ ਹੈ ਹੀ ਨੇ, ਮੋਟੀਵੇਸ਼ਨ ਦੀਆਂ ਵੀਡੀਓਜ਼ ਵੀ ਨੇ, ਅੰਗਰੇਜ਼ੀ ਦੀਆਂ ਵੀਡੀਓਜ਼ ਵੀ ਨੇ, ਉਹ ਵੀ ਦੇਖੋ, ਪੜ੍ਹਦੇ ਰਹੋ, ਸਿੱਖਦੇ ਰਹੋ, ਕਿਉਂਕਿ ਸਿੱਖਣ ਦੀ ਕੋਈ ਸੀਮਾ ਨਹੀਂ ਹੈ। ਗੋਡ ਬਲੈਸ ਯੂ ਆਲ, ਸਟੇ ਬਲੈਸਡ, ਥੈਂਕ ਯੂ ਵੈਰੀ ਮਚ।